ਬਿਸਮਿਲ੍ਲਾਹਿਰਰਹਿਮਾਨਿਰਰਹੀਮ। अस्सलाम वालेकुम। ਉਮੀਦ ਕਰਦੇ ਹਾਂ ਕਿ ਤੁਸੀਂ ਸਭ ਠੀਕ ਠਾਕ ਹੋਵੋਗੇ, ਖੈਰੀਅਤ ਦੇ ਨਾਲ ਹੋ। ਅੱਜ ਅਸੀਂ ਡਿਸਕਸ ਕਰ ਰਹੇ ਹਾਂ ਜਿਹੜਾ ਇੱਕ ਦਰਦਨਾਕ ਵਾਕਿਆ ਹੋਇਆ ਮਰੀ ਦੇ ਵਿੱਚ। ਬਹੁਤ ਸਾਰੇ ਲੋਕ ਆਪਣੀਆਂ ਕੀਮਤੀ ਜਾਨਾਂ ਤੋਂ ਹੱਥ ਧੋ ਬੈਠੇ। ਅਸੀਂ ਸਿਰਫ ਇਸ ਟਾਈਮ ਉਹਨਾਂ ਦੀਆਂ ਫੈਮਲੀਆਂ ਦੇ ਨਾਲ ਉਹਨਾਂ ਦੇ ਦੁੱਖ 'ਚ ਸ਼ਰੀਕ ਹੋ ਸਕਦੇ ਹਾਂ, ਅਤੇ ਜਿਹੜੇ ਇਸ ਦੁਨੀਆ ਫਾਨੀ ਤੋਂ ਰੁਖਸਤ ਹੋ ਗਏ ਉਹਨਾਂ ਦੇ ਵਾਸਤੇ ਉਹਨਾਂ ਦੇ ਬਖਸ਼ਿਸ਼ ਦੀ ਦੁਆ ਕਰ ਸਕਦੇ ਹਾਂ। ਕਿ ਬਹੁਤ ਸਾਰੀਆਂ ਫੈਮਲੀਆਂ ਜਿਹੜੀਆਂ ਕਿ ਬੱਚਿਆਂ ਦੇ ਨਾਲ ਸੈਰੋ ਤਫਰੀਹ ਦੇ ਸਿਲਸਿਲੇ 'ਚ ਮਰੀ ਦੇ ਵਿੱਚ ਜਾ ਰਹੇ ਸੀ, ਮੁਕੀਮ ਸੀ, ਅਤੇ ਇਹ ਮੌਸਮ ਦੀ ਖਰਾਬੀ ਦੀ ਵਜ੍ਹਾ ਤੋਂ ਉਹ ਮੁਤਾਸਿਰ ਹੋਏ। ਅੱਜ ਅਸੀਂ ਕੁਝ ਥੋੜ੍ਹੀ ਜਿਹੀ ਰੋਸ਼ਨੀ ਪਾਵਾਂਗੇ ਕਿ ਇਹ ਵਾਕਿਆ ਜਿਹੜਾ ਵਾ ਇਹ ਕਿਸ ਤਰ੍ਹਾਂ ਹੋਇਆ, ਇਹਦੇ ਪਿੱਛੇ ਕਿਹੜੇ ਅਵਾਮਿਲ ਹੈ ਜਿਨ੍ਹਾਂ ਨੇ ਇਸ ਵਾਕਿਏ ਨੂੰ ਖਤਰਨਾਕ ਤੋਂ ਖਤਰਨਾਕ ਤਰ ਬਣਾਇਆ। ਸਾਰਿਆਂ ਤੋਂ ਪਹਿਲੇ ਤਾਂ ਅਸੀਂ ਇਸ ਚੀਜ਼ ਨੂੰ ਡਿਸਕਸ ਕਰਦੇ ਹਾਂ ਕਿ ਕਿਸੇ ਵੀ ਜਗ੍ਹਾ 'ਤੇ ਜਾਣ ਲਈ ਅਗਰ ਰਿਸਕ ਇਨਵੋਲਵ ਹੋਵੇ ਤਾਂ ਐਜ਼ ਆ ਹਿਊਮਨ ਸਾਨੂੰ ਕੈਲਕੂਲੇਟ ਕਰਨਾ ਚਾਹੀਦਾ ਕਿ ਅਸੀਂ ਇਹ ਕੰਮ ਕਰ ਰਹੇ ਹਾਂ, ਇਹਦੇ ਆਫਟਰ ਇਫੈਕਟਸ ਕੀ ਹੋਣਗੇ, ਸਾਈਡ ਇਫੈਕਟਸ ਕੀ ਹੋਣਗੇ, ਜਿਹੜੇ ਕਿ ਅਸੀਂ ਕਦੇ ਵੀ ਕੈਲਕੂਲੇਟ ਨਹੀਂ ਕਰਦੇ। ਹਕੂਮਤੀ ਲੈਵਲ ਦੇ ਉੱਤੇ ਮੌਸਮ ਦੇ ਬਾਰੇ ਦੇ ਵਿੱਚ ਪ੍ਰੈਡਿਕਸ਼ਨ ਕਰ ਦਿੱਤੀ ਗਈ ਸੀ ਕਿ ਮਰੀ ਇਸਲਾਮਾਬਾਦ ਮੌਸਮ ਖਰਾਬ ਹੈ, ਬਰਫ਼ਬਾਰੀ ਹੋ ਰਹੀ ਹੈ, ਰਸਤੇ ਬਲੌਕ ਹੈ, ਹਰ ਬੰਦਾ ਜਾਣਦਾ। ਲੇਕਿਨ ਸਾਡੀ ਪਾਕਿਸਤਾਨੀ ਆਵਾਮ ਨੂੰ ਸਮਝ ਨਹੀਂ ਆਉਂਦੀ, ਇਹ ਹਮੇਸ਼ਾ ਹੀ ਉਲਟੀ ਡਾਇਰੈਕਸ਼ਨ 'ਚ ਜਾਂਦੇ ਆ। ਉਹਦੀ ਮਿਸਾਲ ਪਿੱਛੇ ਜੇ ਕਰੋਨਾ ਦੇ ਵਿੱਚ ਜਦੋਂ ਲੋਕਡਾਊਨ ਸਟਾਰਟ ਹੋਇਆ ਅਤੇ ਲੋਕਾਂ ਨੇ ਗੌਰਮੈਂਟ ਨੇ ਸਕੂਲ ਕਾਲਜ ਜਿੰਨੀਆਂ ਵੀ ਸੋਸ਼ਲ ਐਕਟੀਵਿਟੀ ਸੀ ਉਹਨਾਂ ਨੂੰ ਖ਼ਤਮ ਕਰਨ ਦਾ ਐਲਾਨ ਕੀਤਾ, ਅਤੇ ਸਾਡੀ ਸਮਝਦਾਰ ਕੌਮ ਜਿਹੜੀ ਆ ਉਹ ਸਾਰਾ ਕੁਝ ਛੱਡ ਕੇ ਅਤੇ ਉਹਨਾਂ ਨੇ ਮਰੀ ਸੈਰੋ ਤਫਰੀਹ ਵਾਸਤੇ ਜਾਣਾ ਸ਼ੁਰੂ ਕਰ ਦਿੱਤਾ। ਗੱਲ ਉਹੀ ਆ ਕਿ ਦੁਨੀਆ ਇੱਕ ਪਾਸੇ ਨੂੰ ਜਾਂਦੀ ਹੈ ਅਤੇ ਅਸੀਂ ਦੂਸਰੇ ਪਾਸੇ ਨੂੰ ਜਾਂਦੇ ਹਾਂ, ਅਸੀਂ ਉਲਟੀ ਡਾਇਰੈਕਸ਼ਨ 'ਚ ਹੀ ਕੰਮ ਕਰਦੇ ਹਾਂ ਸਾਰੇ। ਇਹ ਜਿਹੜੀਆਂ ਅਮਵਾਤ ਹੋਈਆਂ ਇਹ ਸਰਦੀ ਦੀ ਵਜ੍ਹਾ ਤੋਂ ਨਹੀਂ ਹੋਈਆਂ, ਇਹਦੇ 'ਚ ਮੈਕਸੀਮਮ ਚਾਂਸਿਸ ਹੈ ਕਿ ਗੱਡੀਆਂ ਦੇ ਵਿੱਚ ਖੜੀਆਂ ਸੀ, ਗੱਡੀਆਂ ਦੇ ਵਿੱਚ ਹੀਟਰ ਚੱਲ ਰਹੇ ਸੀ ਕਿਉਂਕਿ ਸਟਕ ਸੀ ਉਹ, ਔਰ ਬਹੁਤ ਸਾਰੀਆਂ ਗੱਡੀਆਂ 'ਤੇ ਬਰਫ਼ ਦੇ ਵਿੱਚ ਜਿਹੜੀਆਂ ਉਹ ਧਸੀਆਂ ਹੋਈਆਂ ਸੀ 2-2, 3-3 ਫਿਟ ਤੱਕ। ਸਟਾਰਟਿੰਗ 'ਚ ਤਾਂ ਇੰਨੀ ਬਰਫ਼ ਨਹੀਂ ਸੀ, ਲੇਕਿਨ ਆਹਿਸਤਾ ਆਹਿਸਤਾ ਬਰਫ਼ ਪੈਂਦੀ ਰਹੀ ਅਤੇ ਉਹ ਗੱਡੀਆਂ ਆਪਣੀ ਜਗ੍ਹਾ 'ਤੇ ਖੜ੍ਹੀਆਂ ਸੀ, ਲੇਕਿਨ ਸਟਾਰਟ ਸੀ, ਗਰਮ ਸੀ, ਲੋਕ ਅੰਦਰ ਬੈਠੇ ਰਹੇ। ਅਸੀਂ ਕੁਛ ਪੁਆਇੰਟ ਲੈ ਕੇ ਕਿ ਜਿਨ੍ਹਾਂ ਨੇ ਇਸ ਵਾਕਿਏ ਨੂੰ ਖਤਰਨਾਕ ਤੋਂ ਖਤਰਨਾਕ ਤਰ ਬਣਾਇਆ। ਸਾਰਿਆਂ ਤੋਂ ਪਹਿਲੇ ਤਾਂ ਤਹਿਕੀਕ ਕੀਤੀ ਗਈ ਆ ਕਿ ਇਹ ਗੱਡੀਆਂ ਜਿਹੜੀਆਂ ਸਟਾਰਟ ਖੜ੍ਹੀਆਂ ਰਹੀਆਂ ਉਹਨਾਂ 'ਚ AC ਸੀ। ਜਦੋਂ ਗੱਡੀ ਸਟਾਰਟ ਹੁੰਦੀ ਆ ਅਤੇ ਪੈਟਰੋਲ ਜਦੋਂ ਸੜਦਾ ਉਹਦੇ ਨਾਲ ਫਿਊਮ ਪੈਦਾ ਹੁੰਦੇ ਆ, ਕਾਰਬਨ ਮੋਨੋਆਕਸਾਈਡ ਉਹਦੇ 'ਚੋਂ ਨਿਕਲਦੀ ਆ, ਜਿਹੜੀ ਕਿ ਮੁਜ਼ਰ ਸਿਹਤ ਹੈ, ਸਿਹਤ ਵਾਸਤੇ ਅੱਛੀ ਨਹੀਂ। ਗੱਡੀਆਂ ਸਟਾਰਟ ਖੜ੍ਹੀਆਂ ਹੋਣ ਦੀ ਵਜ੍ਹਾ ਤੋਂ ਉਹ ਹੀਟਰ 'ਤੇ ਚੱਲ ਰਹੇ ਸੀ, ਲੇਕਿਨ ਬਾਜ਼ ਦਫਾ ਪੁਰਾਣੀ ਗੱਡੀ ਹੋਣ ਦੀ ਵਜ੍ਹਾ ਤੋਂ ਗੱਡੀ ਦੇ ਵਿੱਚ ਲੀਕੇਜ ਹੋ ਜਾਂਦੀ ਹੈ, ਜਿਹੜੀ ਕਿ ਫਲੋਰ 'ਚ ਵੀ ਹੋ ਸਕਦੀ ਆ, ਲੀਕਿੰਗ ਹੀਟਰ ਦੇ ਵਿੱਚ ਵੀ ਹੋ ਸਕਦੀ ਆ, ਜਿਹਦੀ ਵਜ੍ਹਾ ਤੋਂ ਉਹ ਜਿਹੜਾ ਧੂੰਆਂ ਜਾਂ ਉਹਦੇ ਆਇਲ ਸੜਨ ਦੇ ਜਿਹੜੇ ਪੈਟਰੋਲ ਦੇ ਫਿਊਮ ਜਿਹੜੇ ਸੀਗੇ ਉਹ ਗੱਡੀ ਦੇ ਵਿੱਚ ਜਮ੍ਹਾਂ ਹੁੰਦੇ ਰਹੇ ਆ। ਇਹ ਜਿਹੜੀ ਸਲੀਪ ਡੈਥ ਹੋਈ ਆ, ਇਸੇ ਤਰ੍ਹਾਂ ਲੋਕ ਬੈਠੇ ਆ, ਜਿਸ ਤਰ੍ਹਾਂ ਫੌਤ ਹੋਏ ਆ, ਜਿਸ ਤਰ੍ਹਾਂ ਬੈਠੇ ਸੀ ਉਸੇ ਤਰ੍ਹਾਂ ਫੌਤ ਹੋ ਗਏ। ਉਹਨਾਂ ਨੂੰ ਮੋਹਲਤ ਨਹੀਂ ਮਿਲੀ ਕਿ ਦਰਵਾਜ਼ਾ ਖੋਲ੍ਹ ਲਈਏ ਜਾਂ ਕੁਛ ਹੋਰ ਮਾਮਲਾਤ ਕਰ ਲਈਏ। ਆਹਿਸਤਾ 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 ਉਹ ਕਾਰਬਨ ਮੋਨੋਆਕਸਾਈਡ ਸੀ। ਜਦੋਂ ਗੱਡੀ ਸਟਾਰਟ ਹੁੰਦੀ ਆ ਅਤੇ ਪੈਟਰੋਲ ਜਦੋਂ ਸੜਦਾ ਉਹਦੇ ਨਾਲ ਫਿਊਮ ਪੈਦਾ ਹੁੰਦੇ ਆ, ਕਾਰਬਨ ਮੋਨੋਆਕਸਾਈਡ ਉਹਦੇ 'ਚੋਂ ਨਿਕਲਦੀ ਆ, ਜਿਹੜੀ ਕਿ ਮੁਜ਼ਰ ਸਿਹਤ ਹੈ, ਸਿਹਤ ਵਾਸਤੇ ਅੱਛੀ ਨਹੀਂ।
ਗੱਡੀਆਂ ਸਟਾਰਟ ਖੜੀਆਂ ਹੋਣ ਦੀ ਵਜ੍ਹਾ ਤੋਂ ਉਹ ਹੀਟਰ 'ਤੇ ਚੱਲ ਰਹੇ ਸੀ, ਲੇਕਿਨ ਬਾਜ਼ ਦਫਾ ਪੁਰਾਣੀ ਗੱਡੀ ਹੋਣ ਦੀ ਵਜ੍ਹਾ ਤੋਂ ਗੱਡੀ ਦੇ ਵਿੱਚ ਲੀਕੇਜ ਹੋ ਜਾਂਦੀ ਹੈ, ਜਿਹੜੀ ਕਿ ਫਲੋਰ 'ਚ ਵੀ ਹੋ ਸਕਦੀ ਆ, ਲੀਕਿੰਗ ਹੀਟਰ ਦੇ ਵਿੱਚ ਵੀ ਹੋ ਸਕਦੀ ਆ, ਜਿਹਦੀ ਵਜ੍ਹਾ ਤੋਂ ਉਹ ਜਿਹੜਾ ਧੂਆਂ ਜਾਂ ਉਹਦੇ ਆਇਲ ਸੜਨ ਦੇ ਜਿਹੜੇ ਪੈਟਰੋਲ ਦੇ ਫਿਊਮ ਜਿਹੜੇ ਸੀਗੇ ਉਹ ਗੱਡੀ ਦੇ ਵਿੱਚ ਜਮ੍ਹਾਂ ਹੁੰਦੇ ਰਹੇ ਆ। ਇਹ ਜਿਹੜੀ ਸਲੀਪ ਡੈਥ ਹੋਈ ਆ, ਇਸੇ ਤਰ੍ਹਾਂ ਲੋਕ ਬੈਠੇ ਆ, ਜਿਸ ਤਰ੍ਹਾਂ ਫੌਤ ਹੋਏ ਆ, ਜਿਸ ਤਰ੍ਹਾਂ ਬੈਠੇ ਸੀ ਉਸੇ ਤਰ੍ਹਾਂ ਫੌਤ ਹੋ ਗਏ। ਉਹਨਾਂ ਨੂੰ ਮੋਹਲਤ ਨਹੀਂ ਮਿਲੀ ਕਿ ਦਰਵਾਜ਼ਾ ਖੋਲ੍ਹ ਲਈਏ ਜਾਂ ਕੁਛ ਹੋਰ ਮਾਮਲਾਤ ਕਰ ਲਈਏ। ਆਹਿਸਤਾ 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 ਕਾਰਬਨ ਮੋਨੋਆਕਸਾਈਡ, ਇੱਕ ਬੰਦਾ ਕੈਸ਼ ਆਪਣੇ ਕੋਲ ਜਿੰਨਾ ਕੁ ਲੈ ਕੇ ਆ ਉਹਨੇ ਉਹੀ ਦੇਣੇ ਆ ਨਾ। ਹਰ ਬੰਦੇ ਦੇ ਕੋਲ ATM ਕਾਰਡ ਤਾਂ ਹੈ ਨਹੀਂ, ਕੋਈ UK ਅਮਰੀਕਾ ਅਤੇ ਯੂਰਪ ਨਹੀਂ ਹੈ ਕਿ ਹਰ ਬੰਦਾ ਔਨਲਾਈਨ ਟਰਾਂਸਫਰ ਕਰ ਦੇਗਾ, ਕਾਰਡ ਪੇਮੈਂਟ ਕਰ ਦੇਗਾ। ਪਾਕਿਸਤਾਨ ਹੈ ਭਾਈ, ਠੀਕ ਹੈ, ਹਲੇ ਵੀ ਇੱਟ 'ਤੇ ਬਹਿ ਕੇ ਦੁਨੀਆ ਨਹਾਉਣ ਦਈ ਹੈ, ਅਤੇ ਕਿਹੜੇ ਚੱਕਰਾਂ 'ਚ ਫਿਰਦੇ ਹੋ ਤੁਸੀਂ। ਬਹਰਹਾਲ ਫਿਰ ਅਗਲਾ ਐਕਸਪੀਰੀਅੰਸ ਇਹ ਤੁਹਾਡੇ ਨਾਲ ਸ਼ੋਅ ਕਰਦੇ ਹਾਂ ਕਿ ਇੱਕ ਐਂਕਰ ਹੈ ਸਾਡੇ, ਅੱਜ ਉਹਨਾਂ ਦਾ ਇੰਟਰਵਿਊ ਦੇਖ ਰਿਹਾ ਸੀ ਅਤੇ ਉਹ ਕਹਿੰਦੇ ਆ ਕਿ ਉੱਥੇ ਇੱਕ ਜਗ੍ਹਾ ਰਸਤਾ ਸੀ, ਥੋੜ੍ਹੀ ਜਿਹੀ ਚੜ੍ਹਾਈ ਸੀ, ਉਹ ਚੜ੍ਹਾਈ ਤੋਂ ਪਹਿਲੇ ਉਹਨਾਂ ਨੇ ਇੱਕ ਟਰੱਕ ਜਿਹੜਾ ਨਾ ਉਹ ਤਕਰੀਬਨ ਅੱਧਾ ਪਚੱਧਾ ਰਸਤਾ ਉਹਦੇ ਨਾਲ ਬਲੌਕ ਕਰਕੇ ਅਤੇ ਉਹ ਟਰੱਕ ਪਾਰਕ ਕੀਤਾ ਸੀ ਉੱਥੇ ਮੁਕਾਮੀ ਲੋਕਾਂ ਨੇ। ਮੁਕਾਮੀ ਉਹੀ ਲੋਕ ਸੀ ਜਿਹੜੇ ਉੱਥੇ ਕਾਰੋਬਾਰ ਕਰਨਾ ਚਾਹੁੰਦੇ ਆ ਜਾਂ ਰਹਿਣਾ ਚਾਹੁੰਦੇ ਆ। ਹੁਣ ਉਸ ਟਰੱਕ ਦੀ ਵਜ੍ਹਾ ਤੋਂ ਗੱਡੀ ਜਿਹੜੀ ਆ ਉਹ ਆਪਣੀ ਰਫ਼ਤਾਰ ਨੂੰ ਮੇਨਟੇਨ ਨਹੀਂ ਕਰ ਪਾਉਂਦੀ, ਕਿਉਂਕਿ ਟਰੱਕ ਦੇ ਕੋਲ ਆ ਕੇ ਜਗ੍ਹਾ ਹੀ ਇਸ ਤਰ੍ਹਾਂ ਵਾ ਕਿ ਉੱਥੋਂ ਸਲੋ ਕਰਕੇ ਗੱਡੀ ਲੰਘਾਉਣੀ ਪੈਂਦੀ ਆ। ਅੱਗੇ ਹਿੱਲ ਹੈ, ਤੁਹਾਡਾ ਕਿਸੇ ਦਾ ਪਲਾਨ ਸੀ ਉੱਥੇ ਜਾਣ ਦਾ ਅਤੇ ਤੁਸੀਂ ਆਸਾਨੀਆਂ ਤੋਂ ਬਚ ਗਏ ਹੋ। ਅਤੇ ਮਜ਼ੀਦ ਇਸ ਤਰ੍ਹਾਂ ਦੇ ਮਾਮਲਾਤ ਜਿਹੜੇ ਆ ਉਹਨਾਂ ਤੋਂ ਬਾਖਬਰ ਰਵੋ। ਜਿਸ ਤਰ੍ਹਾਂ ਕਿ ਇਹ ਲੋਕ ਇਕੱਠੇ ਹੋ ਕੇ ਨਹਿਰ 'ਤੇ ਨਹਾਉਣ ਚਲੇ ਜਾਂਦੇ ਆ, ਦਰਿਆ 'ਤੇ ਨਹਾਉਣ ਚਲੇ ਜਾਂਦੇ ਆ, ਠੀਕ ਹੈ। ਇਸ ਇਲਾਕੇ 'ਚ ਗਰਮੀਆਂ 'ਚ ਵੀ ਲੈਂਡ ਸਲਾਈਡਿੰਗ ਹੁੰਦੀ ਹੈ। ਹਰ ਬੰਦੇ ਦਾ ਦਿਲ ਕਰਦਾ ਕਿ ਮੈਂ ਇਹ ਹਿੱਲ ਸਾਈਡ ਜਾਵਾਂ, ਮਰੀ ਜਾਵਾਂ, ਨਾਰਾਨ ਕਾਗਾਨ। ਅਤੇ ਆਪਣਾ ਪਲਾਨ ਕਰੋ, ਮੌਸਮ ਨੂੰ ਦੇਖੋ, ਆਪਣੀ ਜੇਬ ਨੂੰ ਦੇਖੋ। ਜਿਹੜੇ ਲੋਕ ਉੱਥੇ ਆਲਰੇਡੀ ਐਕਸਪੀਰੀਅੰਸ ਕਰ ਚੁੱਕੇ ਆ ਉਹਨਾਂ ਦੇ ਨਾਲ ਡਿਸਕਸ ਕਰੋ, ਅਤੇ ਫਿਰ ਤੁਸੀਂ ਕਿਸੇ ਸਫ਼ਰ ਦਾ, ਕਿਸੇ ਜਗ੍ਹਾ ਜਾਣ ਦਾ ਜਿਹੜਾ ਉਹਨੂੰ ਇਰਾਦਾ ਕਰੋ। ਬਹੁਤ ਸਾਰਾ ਖਿਆਲ ਰੱਖੋ ਆਪਣਾ, ਦੁਆਵਾਂ 'ਚ ਯਾਦ ਰੱਖੋ। ਸਲਾਮ ਅਲੈਕੁਮ, ਖੁਦਾ ਹਾਫਿਜ਼।